हाँ जी, ਅਸੀਂ ਪੰਜਾਬੀ ਪੈਡਾਗੋਜੀ ਕਰ ਰਹੇ ਸੀ। 2 ਪਾਰਟ ਅਸੀਂ ਬਣਾ ਚੁੱਕੇ ਹਾਂ। ਆਹ 3rd ਪਾਰਟ ਹੈ। ਇਹਦੇ ਵਿੱਚ ਆਪਾਂ ਕਵਿਤਾ ਪੜਾਉਣ ਦੀਆਂ ਵਿਧੀਆਂ ਬਾਰੇ ਵਿਚਾਰ ਕਰਾਂਗੇ। ਠੀਕ ਹੈ, ਇਹਦੇ ਵਿੱਚੋਂ ਇੱਕ ਨੇ ਕੁਐਸਚਨ ਪੇਪਰ ਚ ਆਉਂਦਾ ਹੈ। ਜਿਵੇਂ ਤੁਸੀਂ ਦੇਖੋ 2019 ਦਾ ਤੇ 2021 ਦਾ ਕੁਐਸਚਨ ਪੇਪਰ ਮੇਰੇ ਕੋਲ ਆ ਦੇਖੋ, ਕਵਿਤਾ ਦੀ ਕਿਹੜੀ ਸਿੱਖਿਆ ਵਿਧੀ ਛੋਟੇ ਬੱਚਿਆਂ ਲਈ ਉੱਤਮ ਮੰਨੀ ਜਾਂਦੀ ਹੈ। ਛੋਟੇ ਬੱਚਿਆਂ ਲਈ ਕਿਹੜੀ ਵਿਧੀ ਉੱਤਮ ਮੰਨੀ ਜਾਂਦੀ ਆ? ਗੀਤ ਤੇ ਨਾਟ ਵਿਧੀ, ਕਿਉਂਕਿ ਛੋਟੇ ਬੱਚੇ ਜਿਹੜੇ ਆ ਗੀਤ ਤੇ ਨਾਟ ਵਿਧੀ ਰਾਹੀਂ ਛੇਤੀ ਤੇ ਜਲਦੀ ਸਿੱਖਦੇ ਨੇ। ਠੀਕ ਹੈ, ਇਹ ਵਿਧੀ ਆਪਾਂ ਕਰਾਂਗੇ। ਗੀਤ ਤੇ ਨਾਟ ਵਿਧੀ ਕੀ ਆ, ਵਿਆਖਿਆ ਵਿਧੀ ਕੀ ਆ, ਸ਼ਬਦਾਰਥ ਵਿਧੀ ਕੀ ਆ, ਪ੍ਰਸ਼ਨ ਉੱਤਰ ਵਿਧੀ ਕੀ ਹੈ। ਠੀਕ ਹੈ, ਹੁਣ 2021 ਦਾ ਕੁਐਸਚਨ ਪੇਪਰ ਦੇਖੋ। ਹਾਂ ਦੇਖੋ ਕੁਐਸਚਨ, ਕਵਿਤਾ ਪਾਠ ਦੇ ਉਦੇਸ਼ਾਂ ਦੀ ਪੂਰਤੀ ਲਈ ਮਿਡਲ ਪੱਧਰ ਉੱਤੇ ਕਵਿਤਾ ਪੜਾਉਣ ਦੀ ਕਿਸ ਵਿਧੀ ਨੂੰ ਉੱਤਮ ਮੰਨਿਆ ਗਿਆ ਹੈ? ਮਿਡਲ ਪੱਧਰ ਉੱਤੇ ਪੁੱਛਿਆ ਉਹਨਾਂ ਨੇ, ਕਿਹੜੀ ਵਿਧੀ ਨੂੰ ਉੱਤਮ ਮੰਨਿਆ ਗਿਆ ਵਾ? ਵਿਆਖਿਆ ਵਿਧੀ। ਮਿਡਲ ਪੱਧਰ ਤੇ ਬੱਚਿਆਂ ਨੂੰ ਵਿਆਖਿਆ ਵਿਧੀ ਰਾਹੀਂ ਪੜਾਇਆ ਜਾਂਦਾ ਵਾ। ਠੀਕ ਹੈ, ਹੁਣ ਅਸੀਂ ਇਹਨਾਂ ਵਿਧੀਆਂ ਬਾਰੇ ਗੱਲ ਕਰਾਂਗੇ। ਫਸਟ ਹੈ ਸਾਡੇ ਕੋਲ ਗੀਤ ਤੇ ਨਾਟ ਵਿਧੀ। ਪਹਿਲੇ ਤੋਂ ਇਹ ਯਾਦ ਰੱਖਣਾ ਕਿ ਛੋਟੇ ਬੱਚਿਆਂ ਲਈ ਉਪਯੋਗੀ ਆ। ਠੀਕ ਹੈ, ਛੋਟੇ ਬੱਚਿਆਂ ਨੂੰ ਗੀਤ ਨਾਟ ਵਿਧੀ ਰਾਹੀਂ ਪੜਾਇਆ ਜਾਂਦਾ ਵਾ। ਜੇ ਉਹਨਾਂ ਨੂੰ ਕੋਈ ਕਵਿਤਾ ਪੜਾਉਣੀ ਆ, ਆਪਾਂ ਗੀਤ ਤੇ ਨਾਟ ਵਿਧੀ ਰਾਹੀਂ ਪੜਾਵਾਂਗੇ, ਕਿਉਂਕਿ ਇਹਦੇ ਵਿੱਚ ਇੱਕ ਲੈਅ ਹੁੰਦੀ ਆ, ਸੁਰ ਹੁੰਦੀ, ਤਾਲ ਹੁੰਦੀ ਆ, ਬੱਚੇ ਛੇਤੀ ਸਿੱਖਦੇ ਨੇ ਇਹਦੇ ਨਾਲ। ਠੀਕ ਹੈ, ਦੇਖੋ ਇਸ ਵਿਧੀ ਅਨੁਸਾਰ ਅਧਿਆਪਕ ਪਹਿਲਾਂ ਬਾਲ ਗੀਤ ਕਵਿਤਾ ਦੀ ਲੈਅ, ਤਾਲ ਤੇ ਸੰਗੀਤਮਈ ਉੱਚੀ ਵਾਚਨ ਕਰਦਾ ਹੈ। ਅਧਿਆਪਕ ਪਹਿਲਾਂ ਬਾਲ ਗੀਤ ਜਾਂ ਕਵਿਤਾ ਦਾ ਉੱਚੀ ਵਾਚਨ ਕਰਦਾ ਹੈ, ਮਤਲਬ ਕਿ ਉੱਚੀ ਪੜ੍ਹਦਾ ਹੈ। ਵਾਚਨ ਮੀਨਸ ਕਿ ਪੜ੍ਹਨਾ, ਉੱਚੀ ਪੜ੍ਹਦਾ ਹੈ ਤੇ ਬੱਚਿਆਂ ਨੂੰ ਉਸ ਦਾ ਅਨੁਕਰਨ ਕਰਨ ਲਈ ਕਹਿੰਦਾ ਹੈ। ਅਨੁਕਰਨ ਮਤਲਬ ਨਕਲ ਕਰਨ ਲਈ ਕਹਿੰਦਾ ਹੈ ਬੱਚਿਆਂ ਨੂੰ, ਕਿ ਜਿਵੇਂ ਅਧਿਆਪਕ ਬੋਲਦਾ ਵਾ ਬੱਚੇ ਉਵੇਂ ਉਹਦੇ ਪਿੱਛੇ ਪਿੱਛੇ ਬੋਲਦੇ ਨੇ। ਠੀਕ ਹੈ, ਕਵਿਤਾ ਦੇ ਭਾਵ ਵਿਚਾਰਾਂ ਅਨੁਸਾਰ ਸਰੀਰਕ ਕਿਰਿਆਵਾਂ ਵੀ ਕੀਤੀਆਂ ਜਾਂਦੀਆਂ ਹਨ। ਛੋਟੇ ਬੱਚੇ ਇਸ ਵਿਧੀ ਰਾਹੀਂ ਜਲਦੀ ਸਿੱਖਦੇ ਹਨ ਤੇ ਇਹਦੇ ਨਾਲ ਸਰੀਰਕ ਕਿਰਿਆਵਾਂ ਵੀ ਕੀਤੀਆਂ ਜਾਂਦੀਆਂ ਹੈ। ਜਿਵੇਂ ਜਿਵੇਂ ਕੋਈ ਕਵਿਤਾ ਬੋਲਦੇ ਨੇ ਉਵੇਂ ਉਵੇਂ ਐਕਸ਼ਨ ਕੀਤੇ ਜਾਂਦੇ ਨੇ, ਸਰੀਰਕ ਕਿਰਿਆਵਾਂ ਕੀਤੀਆਂ ਜਾਂਦੀਆਂ ਨੇ। ਠੀਕ ਹੈ, ਇਹਦੇ 'ਚ ਤੁਸੀਂ ਬਸ ਇੰਨਾ ਯਾਦ ਰੱਖਣਾ ਵਾ ਕਿ ਛੋਟੇ ਬੱਚਿਆਂ ਲਈ ਉਪਯੋਗੀ ਆ। ਗੀਤ ਤੇ ਨਾਟ ਵਿਧੀ ਰਾਹੀਂ ਬੱਚੇ ਛੇਤੀ ਸਿੱਖਦੇ ਨੇ। ਇਹਦੇ ਵਿੱਚ ਜਿਹੜੀ ਕਵਿਤਾ ਦਾ ਉਚਾਰਨ ਕੀਤਾ ਜਾਂਦਾ ਵਾ ਉਹ ਇੱਕ ਲੈਅ ਵਿੱਚ ਕੀਤਾ ਜਾਂਦਾ ਵਾ, ਉਹਦੀ ਇੱਕ ਤਾਲ ਵੀ ਹੁੰਦੀ ਹੈ, ਸੰਗੀਤਮਈ ਉੱਚੀ ਹੁੰਦਾ ਹੈ ਵਾਚਨ। ਠੀਕ ਹੈ, ਨੈਕਸਟ ਸਾਡਾ ਪੁਆਇੰਟ ਆ ਸ਼ਬਦਾਰਥ ਅਰਥਬੋਧ ਵਿਧੀ। ਹੁਣ ਇਹ ਕਿਹੜੀ ਵਿਧੀ ਆ? ਇਸ ਵਿਧੀ ਵਿੱਚ ਕਾਵਿ ਟੁਕੜੀ ਦਾ ਵਾਚਨ ਕੀਤਾ ਜਾਂਦਾ ਹੈ। ਇਹ ਜਿਹੜਾ ਵਾਚਨ ਆ ਜਾਂ ਅਧਿਆਪਕ ਕਰਦਾ ਵਾ ਜਾਂ ਵਿਦਿਆਰਥੀ ਕਰਦੇ ਨੇ। ਠੀਕ ਹੈ, ਫਿਰ ਅਧਿਆਪਕ ਉਸ ਕਾਵਿ ਟੁਕੜੀ ਸਤਰ ਦੇ ਔਖੇ ਸ਼ਬਦਾਂ ਦੇ ਅਰਥ ਤੇ ਟੁਕੜੀ ਦੇ ਭਾਵ ਸਮਝਾਉਂਦਾ ਹੈ। ਸ਼ਬਦਾਰਥ ਦਾ ਮਤਲਬ ਕਿ ਪਹਿਲੇ ਅਧਿਆਪਕ ਔਖੇ ਸ਼ਬਦਾਂ ਦੇ ਅਰਥ ਸਮਝਾਉਂਦਾ ਵਾ, ਫਿਰ ਉਹ ਟੁਕੜੀ ਦਾ ਪੂਰਾ ਭਾਵ ਸਮਝਾਉਂਦਾ ਹੈ ਉਸ ਕਾਵਿ ਟੋਟੇ ਦਾ, ਕਵਿਤਾ ਦਾ। ਠੀਕ ਹੈ, ਇਹ ਵੀ ਛੋਟੇ ਬੱਚਿਆਂ ਲਈ ਉਪਯੋਗੀ ਆ। ਅੱਗੇ ਸਾਡੇ ਕੋਲ ਪ੍ਰਸ਼ਨ ਉੱਤਰ ਵਿਧੀ। ਇਹਦੇ ਵਿੱਚ ਤੁਸੀਂ ਯਾਦ ਰੱਖਣਾ ਹੈ ਕਿ ਇਹ ਉੱਚ ਪੱਧਰੀ ਜਮਾਤਾਂ ਲਈ ਢੁਕਵੀਂ ਆ, ਮੀਨਸ ਕਿ ਵੱਡੀਆਂ ਕਲਾਸਾਂ ਲਈ ਢੁਕਵੀਂ ਵਿਧੀ ਆ ਪ੍ਰਸ਼ਨ ਉੱਤਰ ਵਿਧੀ। ਇਸ ਵਿੱਚ ਅਧਿਆਪਕ ਪਹਿਲਾਂ ਕਵਿਤਾ ਦੇ ਵਿਸ਼ੇ ਅਤੇ ਰੂਪਕ ਪੱਖਾਂ ਬਾਰੇ ਜਾਣਕਾਰੀ ਵਿਸ਼ਲੇਸ਼ਣਾਤਮਕ ਢੰਗ ਨਾਲ ਦਿੰਦਾ ਹੈ। ਮਤਲਬ ਕਿ ਕਵਿਤਾ ਦੇ ਵਿਸ਼ੇ ਤੇ ਰੂਪਕ ਪੱਖ ਬਾਰੇ ਉਹਨੂੰ ਵੱਖ-ਵੱਖ ਭਾਗਾਂ 'ਚ ਵੰਡ ਕੇ ਉਹਨੂੰ ਸਮਝਾਉਂਦਾ ਵਾ। ਇਹਦੇ 'ਚ ਕਿਹੜਾ ਵਿਸ਼ਾ ਲਿਆ ਗਿਆ, ਕਵੀ ਕੀ ਕਹਿਣਾ ਚਾਹੁੰਦਾ ਵਾ। ਰੂਪਕ ਪੱਖ ਮਤਲਬ ਕਿ ਕਿਹੜਾ ਛੰਦ ਵਰਤਿਆ ਗਿਆ, ਕਿਹੜਾ ਅਲੰਕਾਰ ਵਰਤਿਆ ਗਿਆ ਵਾ। ਠੀਕ ਹੈ, ਉਹਨੂੰ ਵਿਸ਼ਲੇਸ਼ਣਾਤਮਕ ਢੰਗ ਨਾਲ ਸਮਝਾਉਂਦਾ ਵਿਦਿਆਰਥੀ ਨੂੰ। ਠੀਕ ਹੈ, ਜਿਵੇਂ ਕਵਿਤਾ ਵਿੱਚ ਕਵੀ ਕੀ ਸੁਨੇਹਾ ਦਿੰਦਾ ਹੈ, ਕਵਿਤਾ ਵਿੱਚ ਕਿਹੜਾ ਛੰਦ ਵਰਤਿਆ ਗਿਆ ਹੈ, ਕਵਿਤਾ ਵਿੱਚ ਕਿਹੜਾ ਰਸ ਜ਼ਿਆਦਾ ਹੈ। ਠੀਕ ਹੈ, ਇਹ ਆ ਵਿਸ਼ਲੇਸ਼ਣਾਤਮਕ ਢੰਗ ਜਿਹਦੇ ਵਿੱਚ ਵਿਸ਼ੇ ਨੂੰ ਤੋੜ ਕੇ ਪੇਸ਼ ਕੀਤਾ ਜਾਂਦਾ ਵਾ, ਵੱਖ-ਵੱਖ ਭਾਗਾਂ 'ਚ ਡਿਵਾਈਡ ਕਰਕੇ। ਠੀਕ ਹੈ, ਫਿਰ ਕਵਿਤਾ ਦੇ ਹਰ ਟੁਕੜੇ ਨੂੰ ਜੋੜ ਕੇ ਪੂਰਨ ਰੂਪ ਵਿੱਚ ਸਮਝਾਇਆ ਜਾਂਦਾ ਹੈ। ਫਿਰ ਉਹਦਾ ਪੂਰੇ ਨੂੰ ਜੋੜ ਪੂਰਨ ਰੂਪ ਵਿੱਚ ਸਮਝਾਇਆ ਜਾਂਦਾ ਵਾ। ਜਿਹੜਾ ਪੂਰਨ ਰੂਪ 'ਚ ਸਮਝਾਇਆ ਜਾਂਦਾ ਉਹਨੂੰ ਕਹਿੰਦੇ ਨੇ ਸੰਸਲੇਸ਼ਣ। ਠੀਕ ਹੈ, ਜਿਹੜਾ ਟੁਕੜਿਆਂ 'ਚ ਕਰਕੇ ਸਮਝਾਇਆ ਜਾਂਦਾ ਵੱਖ-ਵੱਖ ਪਾਰਟ ਵਿੱਚ ਡਿਵਾਈਡ ਕਰਕੇ ਉਹਨੂੰ ਕਹਿੰਦੇ ਨੇ ਵਿਸ਼ਲੇਸ਼ਣ। ਇਹ ਕੀ ਹੈ? ਪ੍ਰਸ਼ਨ ਉੱਤਰ ਵਿਧੀ ਆ। ਅੱਗੇ ਆ ਗਈ ਸਾਡੇ ਕੋਲ ਵਿਆਖਿਆ ਵਿਧੀ। ਇਹ ਮਿਡਲ ਤੇ ਉੱਚ ਪੱਧਰੀ ਜਮਾਤਾਂ ਲਈ ਢੁਕਵੀਂ ਆ। ਠੀਕ ਹੈ, ਵਿਆਖਿਆ ਵਿਧੀ ਮਿਡਲ ਤੇ ਉੱਚ ਜਮਾਤਾਂ ਲਈ ਢੁਕਵੀਂ ਆ, ਇਹ ਤੁਸੀਂ ਯਾਦ ਰੱਖਣਾ। ਇਹਦੇ ਵਿੱਚ ਇਹ ਵਿਧੀ ਸ਼ਬਦਾਰਥ ਨਾਲੋਂ ਕਵਿਤਾ ਦੇ ਭਾਵਾਂ ਦੇ ਸਪਸ਼ਟੀਕਰਨ ਤੇ ਵਧੇਰੇ ਜ਼ੋਰ ਦਿੰਦੀ ਹੈ। ਇਹਦੇ ਵਿੱਚ ਜ਼ਿਆਦਾ ਭਾਵਾਂ ਦੇ ਸਪਸ਼ਟੀਕਰਨ ਤੇ ਜ਼ੋਰ ਦਿੱਤਾ ਜਾਂਦਾ ਵਾ, ਮਤਲਬ ਕਿ ਕਵਿਤਾ ਦੀ ਵਿਆਖਿਆ ਤੇ ਜ਼ੋਰ ਦਿੱਤਾ ਜਾਂਦਾ ਹੈ। ਅਧਿਆਪਕ ਕਵਿਤਾ ਵਿਚਲੇ ਪ੍ਰਮੁੱਖ ਪੱਖਾਂ ਦੇ ਟਿੱਪਣੀਆਂ, ਕਹਾਣੀਆਂ, ਤੁਲਨਾ, ਸਮੀਖਿਆ ਕਰਕੇ ਸਮਝਾਉਂਦਾ ਵਾ। ਠੀਕ ਹੈ, ਉਹਦੇ ਤੇ ਟਿੱਪਣੀਆਂ ਕਰਦਾ ਵਾ, ਕਹਾਣੀਆਂ ਦੀ ਤੁਲਨਾ ਕਰਦਾ, ਸਮੀਖਿਆ ਮੀਨਸ ਕਿ ਵਿਆਖਿਆ ਕਰਕੇ ਸਮਝਾਉਂਦਾ, ਆਲੋਚਨਾ ਕਰਕੇ ਸਮਝਾਉਂਦਾ ਹੈ। ਠੀਕ ਹੈ, ਕਵਿਤਾ ਪਾਠ ਦੇ ਉਦੇਸ਼ਾਂ ਦੀ ਪੂਰਤੀ ਲਈ ਮਿਡਲ ਪੱਧਰ ਉੱਤੇ ਕਵਿਤਾ ਪੜਾਉਣ ਦੀ ਇਸ ਵਿਧੀ ਨੂੰ ਉੱਤਮ ਮੰਨਿਆ ਗਿਆ ਹੈ। ਕਿਹੜੇ ਪੱਧਰ ਤੇ? ਮਿਡਲ ਪੱਧਰ ਉੱਤੇ ਕਵਿਤਾ ਪਾਠ ਪੜਾਉਣ ਦੀ ਵਿਧੀ ਨੂੰ ਉੱਤਮ ਮੰਨਿਆ ਗਿਆ ਹੈ। ਕੀ ਆ? ਵਿਆਖਿਆ ਵਿਧੀ। ਇਹ ਸੀ ਸਾਡੀਆਂ 4 ਵਿਧੀਆਂ: ਗੀਤ ਤੇ ਨਾਟ ਵਿਧੀ, ਸ਼ਬਦਾਰਥ ਅਰਥਬੋਧ ਵਿਧੀ, ਪ੍ਰਸ਼ਨ ਉੱਤਰ ਵਿਧੀ ਤੇ
ਵਿਆਖਿਆ ਵਿਧੀ। ਠੀਕ ਹੈ, ਇਹ ਆਪਾਂ ਡਿਸਕਸ ਕਰ ਚੁੱਕੇ ਹਾਂ। ਨਿਗਮਨ ਤੇ ਆਗਮਨ ਵਿਧੀ ਕੀ ਹੁੰਦੀ ਆ, ਪਾਰਟ 1 ਵਿੱਚ ਤੁਸੀਂ ਇਹ ਦੇਖ ਸਕਦੇ ਹੋ। ਇਹ ਵੀ ਆਪਾਂ ਡਿਸਕਸ ਕਰ ਚੁੱਕੇ ਹਾਂ। ਅਭਿਨय ਵਿਧੀ ਕੀ ਆ, ਰੰਗਮੰਚ ਵਿਧੀ ਕੀ ਆ, ਸ਼੍ਰੇਣੀ ਅਭਿਨय ਵਿਧੀ ਕੀ ਆ, ਪੂਰਨਿਆਂ ਤੇ ਲਿਖਣਾ ਕੀ ਆ। ਠੀਕ ਹੈ, ਨੈਕਸਟ ਆਪਾਂ ਕਰਾਂਗੇ ਚਾਰਟ। ਚਾਰਟ ਕੀ ਹੁੰਦਾ ਹੈ ਹੁਣ ਦੇਖਾਂਗੇ। ਠੀਕ ਹੈ, ਚਾਰਟ ਵੇਖਣਯੋਗ ਸਹਾਇਕ ਸਮੱਗਰੀ ਹੈ। ਠੀਕ ਹੈ, ਚਾਰਟ ਵੇਖਣਯੋਗ ਸਹਾਇਕ ਸਮੱਗਰੀ ਹੈ। ਠੀਕ ਹੈ, ਆਪਾਂ ਨੂੰ ਵੇਖ ਸਕਦੇ ਹਾਂ ਜਿਵੇਂ ਚਿੱਤਰ, ਤਸਵੀਰਾਂ, ਡਾਇਗ੍ਰਾਮ, ਪੋਸਟਰ ਆਦਿ। ਹੁਣ ਅਸੀਂ ਇਹਦੀਆਂ ਟਾਈਪ ਕਰਾਂਗੇ। ਚਾਰਟ ਕਿੰਨੀ ਕਿਸਮ ਦੇ ਹੁੰਦੇ ਨੇ ਦੇਖੋ, ਗ੍ਰਾਫਿਕ ਚਾਰਟ, ਟਰੀ ਚਾਰਟ, ਟਾਈਮ ਚਾਰਟ, ਫਲੋ ਚਾਰਟ, ਟੇਬਲ ਚਾਰਟ, ਇਸ਼ੂ ਚਾਰਟ, ਪਿਕਟੋਰੀਅਲ ਚਾਰਟ ਤੇ ਪਾਈ ਚਾਰਟ। ਠੀਕ ਹੈ, ਹੁਣ ਗ੍ਰਾਫਿਕ ਚਾਰਟ ਕੀ, ਜਿਹਦੇ ਵਿੱਚ ਅੰਕੜਾ ਦਰਸਾਇਆ ਜਾਂਦਾ ਹੈ। ਹਾਂ ਦੇਖੋ, ਇਹ ਗ੍ਰਾਫਿਕ ਚਾਰਟ ਆ। ਠੀਕ ਹੈ, ਗ੍ਰਾਫ ਬਣਿਆ ਹੋਇਆ ਹੈ, ਇਹ ਕੀ ਹੈ, ਗ੍ਰਾਫਿਕ ਚਾਰਟ। ਅੱਗੇ ਟਰੀ ਚਾਰਟ। ਟਰੀ ਚਾਰਟ ਕੀ ਹੁੰਦਾ, ਜਿਹੜਾ ਕਿ ਦਰਖਤ ਦੇ ਰੂਪ ਚ ਹੁੰਦਾ ਵਾ, ਜਿਹਦੇ ਵਿੱਚ ਦਰਖਤ ਦੀਆਂ ਜੜ੍ਹਾਂ, ਤਣਾ, ਟਾਹਣੀਆਂ ਰਾਹੀਂ ਵਿਕਾਸ ਦਰਸਾਇਆ ਜਾਂਦਾ ਵਾ ਕਿਸੇ ਸੰਸਥਾ ਦਾ। ਠੀਕ ਹੈ, ਅੱਗੇ ਟਾਈਮ ਚਾਰਟ। ਟਾਈਮ ਚਾਰਟ ਜਿਹਦੇ ਵਿੱਚ ਕੀ ਟਾਈਮ ਦਰਸਾਇਆ ਜਾਂਦਾ ਕਿ ਇਹ ਪੀਰੀਅਡ ਚ ਕੀ ਹੋਇਆ ਸੀ, ਅੱਗੇ ਉਸ ਤੋਂ ਅਗਲੇ ਪੀਰੀਅਡ ਚ ਕੀ ਹੋਇਆ ਸੀ। ਠੀਕ ਹੈ, ਆਹ ਦੇਖ ਲਓ ਟਾਈਮ ਚਾਰਟ। ਇਤਿਹਾਸ ਦੀਆਂ ਘਟਨਾਵਾਂ ਨੂੰ ਸਮੇਂ ਦੇ ਕਰਮ ਅਨੁਸਾਰ ਦਰਸਾਇਆ ਜਾਂਦਾ ਵਾ। ਠੀਕ ਹੈ, ਸਮੇਂ ਦੇ ਕਰਮ ਅਨੁਸਾਰ ਦਰਸਾਇਆ ਜਾਂਦਾ ਹੈ, ਇਹ ਕੀ ਆ, ਟਾਈਮ ਚਾਰਟ। ਅੱਗੇ ਆ ਦੇਖੋ, ਆ ਗਿਆ ਫਲੋ ਚਾਰਟ। ਫਲੋ ਚਾਰਟ ਕੀ ਆ, ਜਿਹਦੇ ਵਿੱਚ ਇੰਜ ਡਾਇਗ੍ਰਾਮ ਬਣਾਈ ਹੁੰਦੀ ਹੈ ਕਿ ਫਲੋ ਚਾਰਟ। ਇਹ ਮੈਂ ਡਾਇਗ੍ਰਾਮ ਤਾਂ ਬਣਾਈ ਹੈ ਕਿ ਤੁਹਾਨੂੰ ਇਹਦੇ ਵਿੱਚ ਪਤਾ ਲੱਗ ਸਕੇ ਕਿ ਪੰਜਾਬੀ ਧੁਨੀਆਂ ਦਾ ਵਰਗੀਕਰਨ ਕਿਵੇਂ ਕੀਤਾ ਜਾਂਦਾ ਵਾ। ਠੀਕ ਹੈ, ਇਹਦੇ ਤੋਂ ਤੁਹਾਡੇ 2-3-4 ਕੁਐਸਚਨ ਕੰਪਲੀਟ ਹੁੰਦੇ ਨੇ। ਦੇਖੋ, ਪੰਜਾਬੀ ਧੁਨੀਆਂ ਦਾ ਵਰਗੀਕਰਨ 2 ਭਾਗਾਂ 'ਚ ਕੀਤਾ ਜਾਂਦਾ ਵਾ, ਖੰਡੀ ਤੇ ਅਖੰਡੀ। ਖੰਡੀ ਨੂੰ ਵੀ ਅੱਗੋਂ ਸਵਰ ਤੇ ਵਿਅੰਜਨਾਂ 'ਚ ਵੰਡਿਆ ਜਾਂਦਾ ਵਾ, ਅਖੰਡੀ ਨੂੰ ਅੱਗੋਂ 4 ਭਾਗਾਂ 'ਚ ਵੰਡਿਆ ਜਾਂਦਾ ਵਾ, ਸੁਰ, ਬਲ, ਤਾਲ ਤੇ ਨਾਸਿਕਤਾ। ਠੀਕ ਹੈ, ਇਹ ਹੁੰਦਾ ਫਲੋ ਚਾਰਟ। ਹੁਣ ਨੈਕਸਟ ਸਾਡੇ ਕੋਲ ਆ ਗਿਆ ਟੇਬਲ ਚਾਰਟ। ਟੇਬਲ ਚਾਰਟ ਕਿਵੇਂ ਆ, ਆ ਦੇਖੋ, ਆ ਵਾ ਟੇਬਲ ਚਾਰਟ। ਠੀਕ ਹੈ, ਡਕਵੇਂ ਵਿਅੰਜਨ ਕਿਹੜੇ ਨੇ, ਅਡਕਵੇਂ ਕਿਹੜੇ ਨੇ, ਨਾਸਿਕੀ ਧੁਨੀਆਂ, ਪਾਸ਼ਵਿਕ, ਟ੍ਰਿਲ, ਫਲੈਪ, ਸੰਘਰਸ਼ੀ, ਅਰਧ ਸਵਰ, ਇਹ ਆ ਟੇਬਲ ਚਾਰਟ, ਇਵੇਂ ਦਾ ਹੁੰਦਾ ਹੈ। ਨੈਕਸਟ ਆ ਗਿਆ ਇਸ਼ੂ ਚਾਰਟ, ਜਿਹੜਾ ਕਿ ਸਮੱਸਿਆ ਨੂੰ ਲੈ ਕੇ ਪੇਸ਼ ਕੀਤਾ ਜਾਂਦਾ ਵਾ। ਪਿਕਟੋਰੀਅਲ ਚਾਰਟ, ਜਿਹੜਾ ਕਿ ਜਿਹਦੇ ਵਿੱਚ ਚਿੱਤਰ ਪੇਸ਼ ਕੀਤੇ ਜਾਂਦੇ ਨੇ, ਫੋਟੋਆਂ, ਪਿਕਸ ਨੂੰ ਪੇਸ਼ ਕੀਤਾ ਜਾਂਦਾ। ਠੀਕ ਹੈ, ਪਾਈ ਚਾਰਟ ਕੀ ਹੁੰਦਾ ਹੈ, ਪਾਈ ਚਾਰਟ ਦੇਖ ਲਓ, ਇਹ ਪਾਈ ਚਾਰਟ ਆ, ਇਹਦੇ ਵਿੱਚ ਧਰਤੀ ਤੇ ਜਲ ਥਲ ਦੀ ਵੰਡ ਪੇਸ਼ ਕੀਤੀ ਗਈ ਆ। ਠੀਕ ਹੈ, ਕੱਲ ਅਸੀਂ ਭਾਸ਼ਾ ਕੌਸ਼ਲ ਲਰਨਿੰਗ ਡਿਸੇਬਿਲਿਟੀ ਕਰਾਂਗੇ। ਠੀਕ ਹੈ, ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ, ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਤੁਹਾਨੂੰ ਇਵੇਂ ਦੀਆਂ ਵੀਡੀਓ ਹੋਰ ਮਿਲ ਸਕਣ।